ਨਜ਼ਰਸਾਨੀ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ 1 ਟੀਵੀ। ਇਸ ਮੁਲਕ ਦੇ ਵਿੱਚ ਔਰਤਾਂ ਦੇ ਉੱਪਰ ਜ਼ੁਲਮ ਹੋ ਰਿਹਾ, ਇੰਨੇ ਜ਼ੁਲਮ ਹੋ ਰਿਹਾ, ਉਹ ਕੁਝ ਹੋ ਰਿਹਾ ਜਿਸ ਦਾ ਕਦੇ ਕਿਆਸ ਨਹੀਂ ਸੀ ਕੀਤਾ। ਪਰ ਔਰਤਾਂ ਵੀ ਜਿਹੜੀਆਂ ਨੇ ਇਸ ਦੇ ਵਿੱਚ ਜ਼ਿੰਮੇਵਾਰ ਨੇ। ਕਾਰਨ ਕੀ ਆ? ਕਿਉਂਕਿ ਉਹ ਉਹਨਾਂ ਗੱਲਾਂ ਨੂੰ ਦੱਬ ਲੈਂਦੀਆਂ ਨੇ। ਔਰਤਾਂ ਨੂੰ ਦੱਬਣਾ ਨਹੀਂ ਚਾਹੀਦਾ। ਆਓ ਫਿਰ ਪਹਿਲਾਂ ਤਾਂ ਨਜ਼ਰ ਮਾਰਦੇ ਹਾਂ ਵੀ ਕੀ ਕੁਝ ਹੋ ਰਿਹਾ ਤੇ ਔਰਤਾਂ ਨੂੰ ਕੀ ਕੁਝ ਕਰਨਾ ਚਾਹੀਦਾ ਹੈ। ਔਰਤਾਂ ਵਿਰੁੱਧ ਅਪਰਾਧ ਇਸ ਦੇਸ਼ ਦੇ ਵਿੱਚ ਲਗਾਤਾਰ ਵੱਧਦੇ ਜਾ ਰਹੇ ਆ। ਵੈਸੇ ਇਸ ਦੇਸ਼ ਵਿੱਚ ਨਹੀਂ, ਪੂਰੀ ਦੁਨੀਆ ਵਿੱਚ ਹੀ ਔਰਤਾਂ ਦੇ ਵਿਰੁੱਧ ਜਿਹੜੇ ਆ ਅਪਰਾਧ ਹੁੰਦੀ ਆ, ਹਿੰਸਾ ਹੁੰਦੀ ਆ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਖਤਮ ਕਰ ਦਿੱਤੀ ਜਾਂਦੀ ਆ। ਪਰ ਕਈ ਮੁਲਕਾਂ ਦੇ ਤਾਂ ਅੰਕੜੇ ਹੈਰਾਨ ਕਰ ਦੇਣ ਵਾਲੇ ਆ। ਪਰ ਸਾਡਾ ਮੁਲਕ ਇਹ ਹੈ ਜਿਸ ਜਗ੍ਹਾ ਦੇ ਉੱਤੇ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਆ, ਜਿਸ ਜਗ੍ਹਾ ਦੇ ਉੱਤੇ ਕੰਜਕਾਂ ਦੇ ਰੂਪ ਵਿੱਚ ਔਰਤਾਂ ਦੀ ਪੂਜਾ ਕੀਤੀ ਜਾਂਦੀ ਆ, ਜਿਸ ਦੇਸ਼ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਜਗ੍ਹਾ ਦੇ ਉੱਪਰ ਐਡਾ ਵੱਡਾ ਮਹਾਨ ਗ੍ਰੰਥ ਹੋਵੇ ਜਿਸ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਵੱਡੀ ਵਡਿਆਈ ਦਿੱਤੀ ਹੋਈ ਹੈ। ਇਸਲਾਮ ਵੀ ਕਹਿੰਦਾ ਹੈ ਕਿ ਮਾਂ ਦੇ ਪੈਰਾਂ ਹੇਠਾਂ ਜੰਨਤ ਹੈ। ਔਰਤ ਦੀ ਕਦਰ ਦੀ ਗੱਲ ਉਹਦੇ ਵਿੱਚ ਵੀ ਕੀਤੀ ਗਈ ਹੈ। ਇੱਥੋਂ ਤੱਕ ਕਿ ਜੇ ਹਿੰਦੂ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਤਾਂ ਜਿੰਨੀਆਂ ਦੇਵੀਆਂ ਪੂਜੀਆਂ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਤਾਂ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਔਰਤ ਦਾ ਸਤਿਕਾਰ ਹੈ। ਪਰ ਫਿਰ ਵੀ ਆਪਣੇ ਆਪ ਨੂੰ ਹਿੰਦੁਸਤਾਨ ਕਹਾਉਣ ਵਾਲੇ, ਇੱਥੋਂ ਦੇ ਲੋਕ ਹਿੰਦੁਸਤਾਨੀ ਕਹਾਉਣ ਵਾਲੇ, ਹਿੰਦੁਸਤਾਨ ਮੁਲਕ ਵੱਜਦਾ ਹੋਣ ਕਰਕੇ ਸਾਡੇ ਇਸ ਭਾਰਤ ਮੁਲਕ ਦੇ ਵਿੱਚ ਹੀ ਔਰਤਾਂ ਦੇ ਉੱਤੇ ਉਹ ਜ਼ੁਲਮ ਹੋ ਰਿਹਾ। ਇਸ ਦੇ ਅੰਕੜੇ ਜੋ ਸਾਹਮਣੇ ਆਏ ਆ ਉਹ ਹੈਰਾਨ ਕਰ ਦੇਣ ਵਾਲੇ ਆ। ਨਿੱਕੀ ਨਿੱਕੀ ਗੱਲ ਦੇ ਉੱਤੇ ਬੱਚੀਆਂ ਨੂੰ ਦਬਾਇਆ ਜਾਂਦਾ, ਮਾਰ ਕੁਟਾਈ ਕੀਤੀ ਜਾਂਦੀ ਹੈ, ਔਰਤਾਂ ਨੂੰ ਕੁੱਟਿਆ ਜਾਂਦਾ, ਔਰਤਾਂ ਨੂੰ ਅੱਗ ਲਾ ਕੇ ਸਾੜ ਵੀ ਦਿੱਤਾ ਜਾਂਦਾ ਹੈ, ਔਰਤਾਂ ਦੀ ਬੇਹੁਰਮਤੀ ਕੀਤੀ ਜਾਂਦੀ ਆ, ਔਰਤਾਂ ਨੂੰ ਡੈਣ ਕਹਿ ਕੇ ਮਾਰ ਦਿੱਤਾ ਜਾਂਦਾ, ਔਰਤਾਂ ਨੂੰ ਵਾਲੋਂ ਫੜ ਕੇ ਗਲੀਆਂ 'ਚ ਘੜੀਸਿਆ ਜਾਂਦਾ ਆ, ਔਰਤਾਂ ਨੂੰ ਨਿਰਵਸਤਰ ਕੀਤਾ ਜਾਂਦਾ ਆ। ਉਹਨਾਂ ਦਾ ਮੂੰਹ ਕਾਲਾ ਕਰਕੇ ਕਿਸੇ ਗੱਲੋਂ ਸਜ਼ਾ ਦੇਣੀ ਹੋਵੇ ਤਾਂ ਕਈ ਸਮਾਜ ਇੱਥੇ ਇਹੋ ਜਿਹਾ ਉਹਨਾਂ ਨੂੰ ਜਿਹੜਾ ਆ ਪੂਰੇ ਗਲੀਆਂ ਮਹੱਲਿਆਂ ਦੇ ਵਿੱਚ ਨੰਗੇ ਕਰਕੇ ਘੁਮਾਇਆ ਜਾਂਦਾ। ਛੋਟੀ ਬੱਚੀਆਂ ਤੋਂ ਲੈ ਕੇ ਵਿਚਕਾਰਲੀ ਉਮਰ ਦੀਆਂ ਔਰਤਾਂ ਤੋਂ ਲੈ ਕੇ ਬਜ਼ੁਰਗ ਔਰਤਾਂ ਤੱਕ ਦੀਆਂ ਕਈ ਉਦਾਹਰਨਾਂ ਆਈਆਂ ਨੇ ਸਾਡੇ ਇਸ ਮੁਲਕ ਦੇ ਵਿੱਚ। ਤੇ ਕਈ ਜਗ੍ਹਾ ਦੇ ਉੱਤੇ ਸਿਰਫ ਫੋਕੀ ਅਣਖ ਦੀ ਖਾਤਰ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਆ। ਊਚ ਨੀਚ, ਜਾਤ ਪਾਤ, ਭੇਦਭਾਵ ਇੱਥੇ ਖਤਮ ਨਹੀਂ ਹੋਣ ਦਾ ਨਾਂ ਲੈ ਰਿਹਾ ਗਾ। ਜੇ ਕੋਈ ਕੁੜੀ ਆਪਣੀ ਮਨਪਸੰਦ ਵਰ ਚੁਣ ਵੀ ਲੈਂਦੀ ਹੈ ਤੇ ਜਾਤ ਦੇ ਜਿਹੜੇ ਦੰਭੀ ਹੈ ਉਹ ਬਰਦਾਸ਼ਤ ਨਹੀਂ ਕਰਦੇ, ਆਪਣੀਆਂ ਧੀਆਂ ਨੂੰ ਵੀ ਮਾਰ ਮੁਕਾਉਂਦੇ ਆ। ਪੁੱਤ ਵਾਲਿਆਂ ਦੇ ਉੱਤੇ ਵੀ ਜਿਹੜਾ ਆ ਹਿੰਸਾ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਕਈ ਜਗ੍ਹਾ ਦੇ ਉੱਤੇ ਜਿਵੇਂ ਅਸੀਂ ਦੇਖਦੇ ਹਾਂ ਸਮੂਹਕ ਬਲਾਤਕਾਰਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ। ਇੱਥੋਂ ਤੱਕ ਹੈਰਾਨੀ ਦੀ ਗੱਲ ਹੈ ਕਿ ਇਸ ਮੁਲਕ ਦੇ ਵਿੱਚ ਨਿੱਕੀ ਬੱਚੀ ਤੱਕ ਸੁਰੱਖਿਅਤ ਨਹੀਂ। ਦੁੱਧ ਪੀਂਦੀਆਂ ਬੱਚੀਆਂ ਨਾਲ ਉਹਨਾਂ ਦੇ ਆਪਦੇ ਹੀ ਆਂਢੀਆਂ ਗੁਆਂਢੀਆਂ, ਰਿਸ਼ਤੇਦਾਰਾਂ ਤੇ ਸ਼ਰੀਕੇ ਦੇ ਲੋਕਾਂ ਦੇ ਬੰਨਿਓ ਹੀ ਉਹਨਾਂ ਬੱਚੀਆਂ ਦੀ ਬੇਹੁਰਮਤੀ ਕੀਤੀ ਗਈ ਹੈ। ਨਿੱਕੀਆਂ ਜਿਹੀਆਂ ਬੱਚੀਆਂ ਨਾਲ ਉਹ ਜ਼ੁਲਮ ਕੀਤਾ ਗਿਆ ਆ। ਤੇ ਇਸ ਤੋਂ ਇਲਾਵਾ ਨਾ ਤਾਂ ਸਕੂਲਾਂ, ਕਾਲਜਾਂ ਤੇ ਜਾਂ ਵੱਖ-ਵੱਖ ਅਦਾਰਿਆਂ 'ਚ ਕੰਮ ਕਰਦੀਆਂ, ਦਫ਼ਤਰਾਂ 'ਚ ਕੰਮ ਕਰਦੀਆਂ, ਜੋਬ ਕਰਦੀਆਂ ਕੁੜੀਆਂ ਸੁਰੱਖਿਅਤ ਰਹੀਆਂ, ਨਾ ਘਰਾਂ ਦੇ ਵਿੱਚ ਧੀਆਂ ਸੁਰੱਖਿਅਤ ਆ। ਇਹ ਇੰਨੀ ਕੁ ਜਿਹੜੀ ਬਿਲਕੁਲ ਭਾਵਨਾ ਬਣ ਚੁੱਕੀ ਆ। ਰਿਪੀਟ ਤਾਂ ਇਹ ਔਰਤਾਂ ਦੇ ਪ੍ਰਤੀ ਅਜਿਹੀ ਗੈਰ ਜ਼ਿੰਮੇਵਾਰੀ ਵਾਲੀ ਭਾਵਨਾ ਸਾਡੇ ਸਮਾਜ ਦੀ ਬਣ ਗਈ ਹੈ। ਤਾਂ ਇੱਕ ਸਵਾਲ ਖੜਾ ਹੁੰਦਾ ਕਿ ਔਰਤਾਂ ਦਾ ਕੀ ਬਣੂਗਾ। ਇਹਨਾਂ ਦਿਨਾਂ ਦੇ ਵਿੱਚ ਨਾ ਇੱਕ ਖਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਾੜਮੇਰ ਦੇ ਵਿੱਚੋਂ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਦਲਿਤ ਔਰਤ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਸਾੜ ਕੇ ਮਾਰ ਦਿੱਤਾ ਗਿਆ ਆ। ਇਹ ਮਾਮਲਾ ਸਾਹਮਣੇ ਆਇਆ ਆ। ਬਾਅਦ ਵਿੱਚ ਪੀੜਤਾ ਦੀ ਜੋਧਪੁਰ ਹਸਪਤਾਲ ਦੇ ਵਿੱਚ ਮੌਤ ਹੋ ਗਈ। ਪੁਲਿਸ ਅਨੁਸਾਰ ਉਸਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਪੁਲਿਸ ਕਹਿੰਦੀ ਹੈ। ਪਰ ਲੋਕਾਂ ਵਿੱਚ ਇਸ ਘਟਨਾ ਵਿਰੁੱਧ ਵੱਡੀ ਪੱਧਰ ਤੇ ਰੋਸ ਹੈ ਤੇ ਉਹ ਮੰਗ ਕਰ ਰਹੇ ਨੇ ਕਿ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਅਤੇ ਘਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਸਾਡੇ ਦੇਸ਼ ਵਿੱਚ ਔਰਤਾਂ ਵਿਰੁੱਧ ਅਜਿਹੇ ਅਪਰਾਧ ਘਟਣ ਦੀ ਥਾਂ ਵੱਧ ਰਹੇ ਨੇ। ਦਲਿਤ ਔਰਤਾਂ ਵੱਡੀ ਪੱਧਰ ਤੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਨੇ ਤੇ ਉਹਨਾਂ ਨਾਲ ਔਰਤ ਤੇ ਦਲਿਤ ਹੋਣ ਕਾਰਨ ਹੁੰਦਾ ਦਮਨ। ਸਾਡੇ ਸਮਾਜ ਵਿੱਚ ਵੱਡਾ ਵਿਗਾੜ
ਪੈਦਾ ਹੋਇਆ ਆ, ਇਸ ਚੀਜ਼ ਦੀ ਇਹ ਗੱਲਾਂ ਨਿਸ਼ਾਨਦੇਹੀ ਕਰਦੀਆਂ ਨੇ। ਬਾੜਮੇਰ ਜ਼ਿਲ੍ਹੇ ਵਿੱਚ ਹੋਈ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਰਾਜਸਥਾਨ ਸਰਕਾਰ ਅਤੇ ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਕੇ ਦੋਸ਼ੀ ਨੂੰ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ। ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤਫਤੀਸ਼ ਪੁਖਤਾ ਤਰੀਕੇ ਦੇ ਨਾਲ ਕੀਤੀ ਜਾਵੇ ਅਤੇ ਕੇਸ ਅਦਾਲਤ ਵਿੱਚ ਕਈ ਸਾਲ ਤੱਕ ਲਮਕਦਾ ਨਾ ਰਹੇ। ਇਸ ਦੇ ਨਾਲ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਅਤੇ ਹੋਰ ਸਹਾਇਤਾ ਦੇਣ ਦੀ ਜ਼ਰੂਰਤ ਹੈ। ਇੱਥੇ ਇੱਕ ਮੈਂ ਜ਼ਿਕਰ ਕਰਨਾ ਚਾਹੂੰਗਾ, ਕੌਮੀ ਅਪਰਾਧ ਬਿਊਰੋ ਦੇ ਜਿਹੜੇ ਅੰਕੜੇ ਸਾਹਮਣੇ ਆਏ ਆ ਉਸ ਦੇ ਮੁਤਾਬਕ ਕਿ 2021 ਵਿੱਚ ਦੇਸ਼ ਵਿੱਚ ਔਰਤਾਂ ਨਾਲ ਜਬਰ ਜਨਾਹ ਦੇ 31,677 ਕੇਸ ਦਰਜ ਕੀਤੇ ਗਏ ਹੈ। ਭਾਵ ਪ੍ਰਤੀ ਦਿਨ 86 ਔਰਤਾਂ ਵਿਰੁੱਧ ਅਜਿਹੇ ਸੰਗੀਨ ਅਪਰਾਧ ਹੋਏ ਨੇ। ਤੇ NCRB ਦੇ ਅੰਕੜੇ ਇਹ ਵੀ ਦੱਸਦੇ ਨੇ ਕਿ ਜਬਰ ਜਨਾਹ ਦੇ 99% ਕੇਸਾਂ ਵਿੱਚ ਦੋਸ਼ੀ ਪੀੜਤਾਂ ਨੂੰ ਜਾਣਦੇ ਹੁੰਦੇ ਆ। ਭਾਵ ਦੋਸ਼ੀ ਅਜਿਹੇ ਵਿਅਕਤੀ ਹੁੰਦੇ ਆ ਜਿਨ੍ਹਾਂ ਦਾ ਉਹਨਾਂ ਦੇ ਘਰ ਵਿੱਚ ਆਉਣਾ ਜਾਣਾ ਹੁੰਦਾ ਹੈ ਜਾਂ ਉਹਨਾਂ ਪੀੜਤਾਂ ਦੇ ਰਿਸ਼ਤੇਦਾਰ ਹੁੰਦੇ ਆ। 2021 ਵਿੱਚ ਰਾਜਸਥਾਨ ਵਿੱਚ ਜਬਰ ਜਨਾਹ ਦੀਆਂ ਸਭ ਤੋਂ ਜ਼ਿਆਦਾ ਘਟਨਾਵਾਂ ਹੋਈਆਂ। ਦੇਸ਼ ਵਿੱਚ ਦਰਜ ਕੀਤੇ 31,677 ਕੇਸਾਂ ਦੇ ਵਿੱਚੋਂ 6,337 ਰਾਜਸਥਾਨ ਵਿੱਚ ਦਰਜ ਕੀਤੇ ਗਏ। ਭਾਵੇਂ ਕਿ ਆਬਾਦੀ ਦੇ ਲਿਹਾਜ਼ ਨਾਲ ਰਾਜਸਥਾਨ ਦੇਸ਼ ਵਿੱਚ 7ਵੇਂ ਨੰਬਰ ਦਾ ਸੂਬਾ ਆ। 2021 ਵਿੱਚ ਔਰਤਾਂ ਵਿਰੁੱਧ ਅਪਰਾਧਾਂ ਦੀ ਪੂਰੇ ਦੇਸ਼ ਵਿੱਚ ਕੁੱਲ ਗਿਣਤੀ 4,28,278 ਸੀ। ਕਿੱਡੀ ਹੈਰਾਨ ਕਰ ਦੇਣ ਵਾਲੀ ਇਹ ਗੱਲ ਹੈ। ਤੇ ਰਾਜਸਥਾਨ ਵਿੱਚ ਇਹ ਗਿਣਤੀ ਜਿਹੜੀ ਆ 40,738 ਸੀਗੀ। ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਵਿੱਚ ਔਰਤਾਂ ਵਿਰੁੱਧ ਕਿੰਨੀ ਵੱਡੀ ਪੱਧਰ ਦੇ ਉੱਤੇ ਅਪਰਾਧ ਹੁੰਦੇ ਨੇ। ਹੁਣ ਗੱਲ ਕਰਦੇ ਹਾਂ ਕਿ ਕਈ ਸਮਾਜ ਇਹੋ ਜਿਹਾ, ਸਾਡੇ ਕੋਲ ਫੂਲਣ ਦੇਵੀ ਵਾਲਾ ਕਾਂਡ ਸੀ ਨਾ। ਫੂਲਣ ਦੇਵੀ ਦੀਆਂ ਦੋ ਗਲਤੀਆਂ ਸੀ ਵੀ ਇੱਕ ਤੋਂ ਔਰਤ, ਦੂਸਰੀ ਉਹ ਦਲਿਤ ਪਰਿਵਾਰ ਵਿੱਚ ਪੈਦਾ ਹੋਈ। ਤੇ ਫਿਰ ਕਿਵੇਂ ਜਿਹੜਾ ਸਮਾਜ ਦੇ ਜਿਹੜੇ ਉਹ ਚੌਧਰੀ ਸੀਗੇ ਉਹਨਾਂ ਦੇ ਬੰਨਿਓ ਧੱਕਾ ਕੀਤਾ ਗਿਆ, ਕਿਉਂਕਿ ਉੱਥੇ ਵੀ ਅਣਖ ਦਾ ਮਸਲਾ ਜਿਹੜਾ ਸੀ ਉਹਨਾਂ ਨੇ ਬਣਾਇਆ। ਤੇ ਫੂਲਣ ਦੇਵੀ ਦੇ ਨਾਲ ਕੀ ਹੋਇਆ ਕਿ ਉਹਨੂੰ ਫਿਰ ਹਥਿਆਰ ਚੁੱਕਣਾ ਪਿਆ ਤੇ ਉਸ ਨੂੰ ਫਿਰ ਬੀਹੜ ਜੰਗਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਇੱਕ ਡਾਕੂ ਬਣ ਕੇ ਸਾਹਮਣੇ ਆਉਂਦੀ ਆ। ਫਿਰ ਇਹ ਜਿਹੀਆਂ ਸਥਿਤੀਆਂ ਇਕੱਲੀ ਫੂਲਣ ਦੇਵੀ ਨੇ ਤਾਂ ਹਥਿਆਰ ਚੱਕ ਲਏ, ਪਰ ਬਾਕੀ ਔਰਤਾਂ ਹਥਿਆਰ ਨਹੀਂ ਚੱਕ ਸਕਦੀਆਂ। ਬਾਕੀ ਔਰਤਾਂ ਦੇ ਨਾਲ ਜਦੋਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦਾਊ ਸੋਚ ਵਾਲੇ ਜਿਹੜੇ ਮਰਦ ਆ ਜਦੋਂ ਇਹੋ ਜਿਹੀਆਂ ਹਰਕਤਾਂ ਕਰਦੇ ਆ ਤੇ ਉਦੋਂ ਲੱਗਦਾ ਹੈ ਕਿ ਇਹ ਦੇਸ਼ ਆਜ਼ਾਦ ਨਹੀਂ, ਇੱਥੇ ਵਾਕਈ ਹੀ ਬਹੁਤ ਗੰਦੀਆਂ ਘਟਨਾਵਾਂ ਨੂੰ ਸਰਅੰਜਾਮ ਦੇਣ ਵਾਲੇ ਇਹ ਲੋਕ ਗੰਦੀਆਂ ਸੋਚਾਂ ਵਾਲੇ, ਸੌੜੀਆਂ ਸੋਚਾਂ ਵਾਲੇ ਬੈਠੇ ਹੋਏ ਆ। ਆਜ਼ਾਦ ਮੁਲਕ ਵਿੱਚ ਹੀ ਫੂਲਣ ਦੇਵੀ ਨਾਲ ਹੋਇਆ ਸੀਗਾ, ਉਹ ਕਿਹੜਾ ਕਿਸੇ ਗੁਲਾਮ ਮੁਲਕ ਦੇ ਵਿੱਚ ਹੋਇਆ ਸੀਗਾ ਤੇ ਜਾ ਹੀ ਨਹੀਂ ਰਿਹਾ। ਤਾਂ ਔਰਤਾਂ ਦੇ ਨਾਲ ਜਿਹੜੇ ਸਮੂਹਕ ਬਲਾਤਕਾਰ ਆ ਇਹ ਸਦੀਆਂ ਤੋਂ ਚੱਲ ਰਹੇ ਆ, ਪਰ ਪੁਰਾਣੇ ਸਮਿਆਂ ਤੋਂ ਹਮਲਾਵਰ ਫੌਜਾਂ, ਹਾਰੀਆਂ ਫੌਜਾਂ ਜਾਂ ਕੌਮਾਂ ਦੀਆਂ ਔਰਤਾਂ ਨਾਲ ਸਮੂਹਕ ਬਲਾਤਕਾਰ ਕਰਨੇ ਆਪਣਾ ਧਰਮ ਸਮਝਦੇ ਸਨ ਉਸ ਜ਼ਮਾਨੇ 'ਚ। ਅੱਜ ਵੀ ਸਮੂਹਕ ਬਲਾਤਕਾਰ ਦੀਆਂ ਘਟਨਾਵਾਂ ਜਰਾਇਮ ਪੇਸ਼ਾ ਪ੍ਰਵਿਰਤੀ ਦੇ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਨੇ। ਫੌਜੀਆਂ ਵੱਲੋਂ ਅੱਜ ਵੀ ਸਮੂਹਕ ਬਲਾਤਕਾਰ ਆਮ ਗੱਲ ਹੈ। ਭਾਰਤ ਵਰਗੇ ਦੇਸ਼ ਵਿੱਚ ਧਾਰਮਿਕ ਦੰਗਿਆਂ ਜਾਂ ਪਛੜੀਆਂ ਅਤੇ ਅਛੂਤ ਜਾਤਾਂ ਦੀਆਂ ਔਰਤਾਂ ਜਾਂ ਗਰੀਬ ਔਰਤਾਂ ਨਾਲ ਸਮੂਹਕ ਬਲਾਤਕਾਰ ਆਮ ਘਟਨਾਵਾਂ ਨੇ। ਸਮਾਜ ਦੀ ਇੱਕ ਤਰਾਸਦੀ ਇਹ ਵੀ ਹੈ ਕਿ ਸਮੂਹਕ ਜਾਂ ਵਿਅਕਤੀਗਤ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਸਰੀਰਕ ਤੇ ਮਾਨਸਿਕ ਸੰਤਾਪ ਵਿੱਚੋਂ ਤਾਂ ਲੰਘਣਾ ਪੈਂਦਾ ਹੀ ਹੈ। ਅਗਰ ਉਹ ਲੜਕੀ ਕੁਆਰੀ ਹੋਵੇ ਤਾਂ ਉਸ ਨਾਲ ਕੋਈ ਮਰਦ ਵਿਆਹ ਕਰਾਉਣ ਲਈ ਤਿਆਰ ਨਹੀਂ ਹੁੰਦਾ। ਇੱਥੇ ਮੈਂ ਦਿੱਲੀ ਵਾਲੀ ਘਟਨਾ ਨਿਰਭਇਆ ਕਾਂਡ ਦੀ ਕਰਨੀ ਚਾਹੁੰਦਾ ਕਿ ਕਿਵੇਂ ਉਹ ਕੁੜੀ ਆਪਣੇ ਦੋਸਤ ਨਾਲ ਬੱਸ 'ਚ ਜਾਂਦੀ ਆ ਤੇ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਉਹ ਬੱਸ ਵਿੱਚ ਸਵਾਰ ਜਿਹੜੇ ਲੋਕ ਸੀਗੇ ਉਹਨਾਂ ਨੇ ਉਹਦੇ ਦੋਸਤ ਨੂੰ ਵੀ ਮਾਰਿਆ ਕੁੱਟਿਆ ਤੇ ਉਸ ਲੜਕੀ ਨਾਲ ਬਲਾਤਕਾਰ ਕਰਕੇ ਮੁੜ ਕੇ ਉਸ ਦੇ ਗੁਪਤ ਅੰਗ ਦੇ ਵਿੱਚ ਜਿਹੜੇ ਸਰੀਏ ਪਾ ਦਿੱਤੇ। ਇਹ ਇੱਕ ਘਟਨਾ ਨਹੀਂ ਸੀ, ਇਹ ਕਈ ਘਟਨਾਵਾਂ ਸੀ ਜੋ ਵਾਕਿਆ ਹੀ ਦੁੱਖ ਦਿੰਦੀਆਂ ਕਿ ਇਸ ਮੁਲਕ ਦੇ ਵਿੱਚ ਇਹ ਕੀ ਹੋ ਰਿਹਾ। ਮੈਂ ਇੱਥੇ ਸੰਨ 84 ਦੀ ਗੱਲ ਵੀ ਕਰਨਾ ਚਾਹੂੰਗਾ। ਇਸ ਦੇਸ਼ ਦੇ ਵਿੱਚ ਬੇਸ਼ਰਮੀ ਦੀ ਹੱਦ ਹਰੇਕ ਔਰਤ ਨਾਲ ਕਰਨ ਵਾਲੇ ਜਿਹੜੇ ਉਹ ਦਰਿੰਦੇ ਆ ਉਹ ਕਿਸੇ ਨਾ ਕਿਸੇ ਸਮਾਜ ਦੇ ਵਿੱਚ ਹੈਗੇ ਹੀ ਆ। 84 ਸਿੱਖ ਕਤਲੇਆਮ ਹੁੰਦਾ ਆ, ਸਿੱਖ ਬੱਚੀਆਂ ਨਾਲ, ਸਿੱਖ ਮਾਵਾਂ ਦੇ ਨਾਲ, ਸਿੱਖ ਬਜ਼ੁਰਗ ਔਰਤਾਂ ਦੇ ਨਾਲ ਸਮੂਹਕ ਜਬਰ ਜਨਾਹ ਕੀਤੇ ਗਏ ਆ ਔਰ ਉਹਨਾਂ ਨੂੰ ਬਾਅਦ ਵਿੱਚ ਮਾਰ ਦਿੱਤਾ ਗਿਆ ਹੈ। ਕੀ ਦੋਸ਼ ਸੀਗਾ? ਪਰ ਇੱਥੇ ਸਵਾਲ ਕੱਲਾ ਦੇਸ਼ ਦੀਆਂ ਸਿੱਖ ਔਰਤਾਂ ਦਾ ਨਹੀਂ ਸੀਗਾ, ਇਸ ਦੇਸ਼ ਦੀਆਂ ਔਰਤਾਂ ਦੇ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ? ਕਿ ਵੈਸ਼ੀ ਦਰਿੰਦੇ ਜਿਹੜੇ ਹੈ
ਉਹਨਾਂ ਦੇ ਵਾਸਤੇ ਕਰੜੀ ਸਜ਼ਾ ਨਹੀਂ ਸੀ ਚਾਹੀਦੀ ਕਿ ਇਹੋ ਜਿਹਿਆਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਨੂੰ ਸਗੋਂ ਮੈਨੂੰ ਲੱਗਦਾ ਕਿ ਮੁਗਲੀਆ ਕਾਲ ਦੇ ਵਿੱਚ ਜਿਸ ਤਰੀਕੇ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਜੇ ਕਿਤੇ ਇੱਕ ਵਾਰੀ ਇਹੋ ਜਿਹੇ ਬਲਾਤਕਾਰੀਆਂ ਨੂੰ ਸਜ਼ਾਵਾਂ ਦੇ ਦਿੱਤੀਆਂ ਜਾਣ ਤਾਂ ਮੁੜ ਕੇ ਉਹ ਇਹੋ ਜਿਹੇ ਘਿਨਾਉਣੇ ਅਪਰਾਧ ਕਰਨ ਤੋਂ ਜ਼ਰੂਰ ਭੱਜਣਗੇ। ਪਰ ਨਹੀਂ, ਸਾਡੇ ਦੇਸ਼ ਵਿੱਚ ਬਲਾਤਕਾਰੀਆਂ ਵਾਸਤੇ ਕੋਈ ਕਰੜਾ ਕਾਨੂੰਨ ਨਹੀਂ ਹੈਗਾ। ਇਹੀ ਸਭ ਤੋਂ ਵੱਡੀ ਸਮੱਸਿਆ ਆ। ਦੂਸਰੇ ਪਾਸੇ ਇਹ ਆ ਕਿ ਮਰਦ ਵੱਲੋਂ ਆਪਣੀ ਕਾਮਕ ਭੁੱਖ ਜਾਂ ਤਾਕਤ, ਸਰੀਰਕ ਰਾਜਨੀਤਿਕ ਦੌਲਤ ਦੇ ਨਸ਼ੇ ਵਿੱਚ ਜਿੱਥੇ ਇੱਕ ਪਾਸੇ ਬਲਾਤਕਾਰ ਵਰਗੇ ਜੁਰਮ ਕੀਤੇ ਜਾ ਰਹੇ ਨੇ, ਉੱਥੇ ਹਰ ਸਮਾਜ ਵਿੱਚ ਔਰਤ ਨੂੰ ਸਿੱਧੇ ਜਾਂ ਸਿੱਧੇ ਢੰਗ ਨਾਲ ਵੇਸ਼ਵਾ ਗਮਣੀ ਲਈ ਵੀ ਮਜਬੂਰ ਕੀਤਾ ਜਾਂਦਾ ਹੈ। ਔਰਤ ਨੂੰ ਮਜਬੂਰੀ ਬਸ ਆਪਣਾ ਸਰੀਰ ਵੇਚਣਾ ਪੈਂਦਾ ਆ। ਦੁਨੀਆ ਭਰ ਵਿੱਚ ਇਹ ਇੱਕ ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ ਆ। ਇੱਥੇ ਵੀ ਔਰਤਾਂ ਨਾਲ ਅਨੇਕਾਂ ਵਾਰ ਜ਼ਬਰਦਸਤੀ ਕੀਤੀ ਜਾਂਦੀ ਆ, ਉਹਨਾਂ 'ਤੇ ਸਰੀਰਕ ਜ਼ੁਲਮ ਕੀਤੇ ਜਾਂਦੇ ਨੇ, ਅਨੇਕਾਂ ਵਾਰ ਉਹਨਾਂ ਦੇ ਕਤਲ ਕੀਤੇ ਜਾਂਦੇ ਨੇ। ਗਰੀਬ ਦੇਸ਼ਾਂ ਜਾਂ ਪਰਿਵਾਰਾਂ ਦੀਆਂ ਨੌਜਵਾਨ ਲੜਕੀਆਂ ਨੂੰ ਅਮੀਰ ਦੇਸ਼ਾਂ ਜਾਂ ਅਮੀਰ ਲੋਕਾਂ ਵੱਲੋਂ ਸੈਕਸ ਗੁਲਾਮ ਬਣਾ ਕੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਨੇ। ਸਾਡੇ ਇੱਕ ਸਮੱਸਿਆ ਹੋਰ ਹੈ ਮੁਲਕ ਦੇ ਵਿੱਚ, ਉਹ ਇਹ ਹੈ ਕਿ ਦੁਨੀਆ ਭਰ ਦੇ ਮਰਦ ਪ੍ਰਧਾਨ ਸਮਾਜਾਂ ਵੱਲੋਂ ਔਰਤਾਂ, ਮਾਂ, ਪਤਨੀ, ਧੀ ਨੂੰ ਆਦਿ ਨੂੰ ਆਪਣੇ ਘਰ ਜਾਂ ਪਰਿਵਾਰ ਦੀ ਇੱਜ਼ਤ, ਅਸਲ ਵਿੱਚ ਪ੍ਰਾਪਰਟੀ ਕਹਿ ਲਓ, ਤੇ ਕਹਿ ਕੇ ਔਰਤਾਂ 'ਤੇ ਅਨੇਕਾਂ ਤਰ੍ਹਾਂ ਦੇ ਜ਼ੁਲਮ ਕੀਤੇ ਜਾਂਦੇ ਨੇ। ਉਹਨਾਂ ਦੀ ਨਿੱਜੀ ਆਜ਼ਾਦੀ ਪਰਿਵਾਰ ਦੇ ਮਰਦ ਮੈਂਬਰਾਂ ਦੇ ਉੱਤੇ ਨਿਰਭਰ ਹੁੰਦੀ ਹੈ। ਘਰ ਤੋਂ ਬਾਹਰ ਜਾਣ ਲਈ ਵੀ ਮਰਦ ਦੀ ਇਜਾਜ਼ਤ ਲੈਣੀ ਪੈਂਦੀ ਆ। ਔਰਤ ਇਕੱਲੀ ਘਰ ਤੋਂ ਬਾਹਰ ਨਹੀਂ ਜਾ ਸਕਦੀ, ਤੇ ਜੇ ਕਦੇ ਕਿਤੇ ਘਰ ਦੇ ਵਿੱਚ ਮਰਦ ਨਾ ਹੋਵੇ, ਸਾਡੀ ਬਿਰਤੀ ਇਹੋ ਜਿਹੀ ਬਣ ਚੁੱਕੀ, ਬੂਹਾ ਖੜਕਾ ਦਿਓ ਤੇ ਅੱਗੋਂ ਔਰਤ ਦਾ ਬੂਹਾ ਕਈ ਵਾਰੀ ਨਹੀਂ ਖੋਲ੍ਹਦੀ। ਬਹੁਤੇ ਥਾਵਾਂ 'ਤੇ ਆ ਪੜ੍ਹੇ ਲਿਖਿਆਂ ਦੇ ਵਿੱਚ, ਉਹ ਕਹਿਣਗੇ ਜੀ ਘਰੇ ਕੋਈ ਨਹੀਂ ਗਾ। ਮਤਲਬ ਔਰਤ ਨੂੰ ਇੰਨਾ ਕੁ ਦਬਾ ਦਿੱਤਾ ਗਿਆ, ਔਰਤ ਆਪਦੀ ਹੋਂਦ ਸਮਝਦੀ ਨਹੀਂ ਗੀ। ਉਹ ਕਹਿੰਦੀ ਜੀ ਘਰੇ ਕੋਈ ਹੈ ਨਹੀਂ ਗਾ। ਯਾਨੀ ਬੜੀ ਹੈਰਾਨੀ ਹੁੰਦੀ ਆ ਵੀ ਜਦੋਂ ਤੂੰ ਬੀਬੀ ਘਰੇ ਆ ਤੇ ਤੂੰ ਕਹਿੰਦੀ ਘਰੇ ਕੋਈ ਨਹੀਂ ਹੈਗੀ, ਇਹਦਾ ਮਤਲਬ ਤੇਰੀ ਹੋਂਦ ਹੀ ਹੈ ਨਹੀਂ ਗੀ। ਜੇ ਤੇਰੀ ਹੋਂਦ ਹੁੰਦੀ ਤਾਂ ਤੂੰ ਕਹਿੰਦੀ ਵੀ ਹਾਂ ਭਾਈ ਦੱਸੋ ਮੈਂ ਹੈਗੀ ਆ ਘਰੇ। ਇਹ ਸਥਿਤੀ ਸਾਡੀ ਬਣੀ ਆ। ਕੋਈ ਨੌਜਵਾਨ ਲੜਕੀ ਅਗਰ ਆਪਣੀ ਮਰਜ਼ੀ ਨਾਲ ਕਿਸੇ ਲੜਕੇ ਨਾਲ ਵਿਆਹ ਕਰਵਾ ਲਵੇ ਨਾ, ਤਾਂ ਇੱਜ਼ਤ ਦੇ ਨਾਮ ਦੇ ਉੱਤੇ ਲੜਕੀਆਂ ਦਾ ਕਤਲ ਕਰ ਦਿੱਤਾ ਜਾਂਦਾ। ਤੇ ਅਨੇਕਾਂ ਵਾਰ ਲੜਕੀ ਅਗਰ ਆਪਣੀ ਜਾਤ, ਕਬੀਲੇ, ਧਰਮ ਆਦਿ ਤੋਂ ਵਿਆਹ ਕਰ ਲਵੇ ਜਾਂ ਪ੍ਰੇਮ ਸੰਬੰਧ ਬਣਾ ਲਵੇ ਤਾਂ ਵੀ ਕਤਲ ਜਿਹੜੇ ਆ ਉਹ ਕਰ ਦਿੱਤੇ ਜਾਂਦੇ ਆ, ਜੋ ਕਿ ਅੱਜ ਵੀ ਜਾਰੀ ਨੇ। ਪ੍ਰੇਮ ਸੰਬੰਧਾਂ ਵਿੱਚ ਕਈ ਵਾਰੀ ਲੜਕੇ ਨੂੰ ਕਤਲ ਕਰਕੇ ਲੜਕੀ ਨੂੰ ਕਿਸੇ ਵੱਡੀ ਉਮਰ ਦੇ ਬੰਦੇ ਨਾਲ ਧੱਕੇ ਨਾਲ ਵਿਆਹ ਦਿੱਤਾ ਜਾਂਦਾ, ਤੇ ਕਈ ਵਾਰੀ ਅਜਿਹੇ ਕੇਸਾਂ ਵਿੱਚ ਲੜਕੀ ਦੇ ਨਾਲ ਸਮੂਹਕ ਬਲਾਤਕਾਰ ਕੀਤੇ ਜਾਂਦੇ ਆ। ਘਰੇਲੂ ਹਿੰਸਾ ਸਦੀਆਂ ਤੋਂ ਔਰਤਾਂ ਤੇ ਮਰਦਾਂ ਨਾਲ ਵੱਖ-ਵੱਖ ਢੰਗਾਂ ਨਾਲ ਜਿਹੜੇ ਆ ਅਤਿਆਚਾਰ ਹੁੰਦੇ ਆਏ ਆ। ਘਰਾਂ ਵਿੱਚ ਛੋਟੇ-ਛੋਟੇ ਘਰੇਲੂ ਝਗੜਿਆਂ ਤੋਂ ਲੈ ਕੇ ਨਸ਼ੇ ਕਰਕੇ ਸੈਕਸ ਕਾਰਨ ਔਰਤਾਂ ਨੂੰ ਮਰਦਾਂ ਵੱਲੋਂ ਅਕਸਰ ਕੁੱਟਿਆ ਮਾਰਿਆ ਜਾਂਦਾ ਆ। ਇਹ ਵਰਤਾਰਾ ਥਰਡ ਵਰਲਡ ਦੇਸ਼ਾਂ ਵਿੱਚ ਵੀ ਨਹੀਂ, ਸਗੋਂ ਵਿਕਸਿਤ ਦੇਸ਼ਾਂ ਵਿੱਚ ਅੱਜ ਵੀ ਜਾਰੀ ਹੈ। ਵਿਮਨ ਸ਼ੈਲਟਰ ਹੋਮ ਅਜਿਹੇ ਕੇਸਾਂ ਨਾਲ ਭਰੇ ਪਏ ਆ। ਘਰੇਲੂ ਹਿੰਸਾ ਦੇ ਅੰਕੜਿਆਂ ਅਨੁਸਾਰ ਕਤਲ ਕੇਸਾਂ ਵਿੱਚੋਂ 3 ਵਿੱਚੋਂ 2 ਮਰਨ ਵਾਲੀਆਂ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੁੰਦੀਆਂ ਨੇ। ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ ਅਮਰੀਕਾ ਵਿੱਚ ਹੀ 40 ਲੱਖ ਤੋਂ ਵੱਧ ਔਰਤਾਂ ਹਰ ਸਾਲ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ। ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ, ਸਿਰਫ ਅਮਰੀਕਾ ਵਿੱਚ ਹੀ ਹਰ ਮਿੰਟ ਵਿੱਚ 6 ਔਰਤਾਂ ਕਿਸੇ ਨਾ ਕਿਸੇ ਤਰ੍ਹਾਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ, ਤੇ ਅਮਰੀਕਾ ਵਿੱਚ ਹਰ 5 ਵਿੱਚੋਂ 1 ਔਰਤ ਆਪਣੇ ਜੀਵਨ ਕਾਲ ਵਿੱਚ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ। ਘਰੇਲੂ ਹਿੰਸਾ, ਸਰੀਰਕ ਕੁੱਟਮਾਰ, ਬਲਾਤਕਾਰ, ਮਾਨਸਿਕ ਤਸੀਹੇ ਦਾ 16 ਤੋਂ 35 ਸਾਲ ਦੀ ਉਮਰ ਦੀਆਂ ਲੜਕੀਆਂ ਵੱਧ ਸ਼ਿਕਾਰ ਹੁੰਦੀਆਂ ਨੇ। ਇੱਥੇ ਵਰਲਡ ਹੈਲਥ ਆਰਗੇਨਾਈਜੇਸ਼ਨ WTO ਦੀ ਮੈਂ ਗੱਲ ਕਰਦਾ, ਉਹਨਾਂ ਦੀ ਇੱਕ ਰਿਪੋਰਟ ਦੇ ਮੁਤਾਬਕ ਦੁਨੀਆ ਭਰ ਵਿੱਚ 3 ਵਿੱਚੋਂ 1 ਔਰਤ ਕਿਸੇ ਨਾ ਕਿਸੇ ਢੰਗ ਨਾਲ ਮਰਦ ਹੱਥੋਂ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ਕਤਲਾਂ ਦੇ ਅੰਕੜਿਆਂ ਅਨੁਸਾਰ ਕਤਲ ਹੋਣ ਵਾਲੀਆਂ ਔਰਤਾਂ ਵਿੱਚੋਂ 38% ਔਰਤਾਂ ਦੇ ਕਤਲ ਉਹਨਾਂ ਦੇ ਪਤੀ ਜਾਂ ਬॉयਫ੍ਰੈਂਡ ਵੱਲੋਂ ਕੀਤੇ ਜਾਂਦੇ ਆ। ਸਾਡੇ ਹੁਣ ਨਾ ਇਹਨਾਂ ਦਿਨਾਂ 'ਚ 2 ਲੜਕੀਆਂ ਦੇ ਕੇਸ ਕਾਫੀ ਚਰਚਿਤ ਹੋਏ। ਦਿੱਲੀ ਦੇ ਵਿੱਚ ਜਦੋਂ ਉਹਦੇ ਦੋਸਤ ਨੇ ਉਹਦੇ ਟੁਕੜੇ ਕਰਕੇ ਕਈ ਜਗ੍ਹਾ ਖਿਲਾਰਤੇ, ਇੱਕ ਹੋਰ ਨੇ ਉਹਦੇ ਟੁਕੜੇ ਕਰਕੇ ਫਰੀਜ਼ਰ ਦੇ ਵਿੱਚ ਰੱਖ ਦਿੱਤੇ। ਤਾਂ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਆ ਉਹ ਬਹੁਤ ਦੇਖਣ ਦੇ ਵਿੱਚ ਆਉਂਦੇ ਆ। ਸਾਊਥ ਏਸ਼ੀਅਨ ਦੇਸ਼ਾਂ ਵਿੱਚ ਔਰਤਾਂ ਦੇ ਕੋਲੇ ਅਜਿਹੇ ਸਮਾਜਿਕ ਹੱਕ ਨਹੀਂ ਹੈ ਕਿ ਘਰੇਲੂ ਹਿੰਸਾ ਦੇ ਸ਼ਿਕਾਰ ਔਰਤਾਂ ਆਪਣੇ ਪਤੀ ਜਾਂ ਸਹੁਰਿਆਂ ਖਿਲਾਫ ਜਾ ਸਕਣ। ਕਈ ਵਿਦੇਸ਼ਾਂ ਵਿਚਲੇ ਘਰੇਲੂ ਹਿੰਸਾ ਦੇ ਅੰਕੜੇ ਦੱਸਦੇ ਨੇ ਕਿ ਕਿਵੇਂ ਸ਼ਰਾਬੀ ਜਾਂ ਨਸ਼ਈ ਪਤੀ ਔਰਤਾਂ 'ਤੇ ਜ਼ੁਲਮ ਕਰਦੇ ਨੇ, ਕੁੱਟਦੇ ਮਾਰਦੇ ਨੇ ਤੇ ਸਰੀਰਕ ਤੇ
ਮਾਨਸਿਕ ਤਸੀਹੇ ਜੋ ਨੇ ਉਹ ਦਿੰਦੇ ਨੇ। ਇੱਥੇ ਇਹ ਯਾਦ ਰੱਖਣ ਯੋਗ ਹੈ ਕਿ ਬਹੁਤ ਸਾਰੇ ਕੇਸਾਂ ਵਿੱਚ ਔਰਤਾਂ ਰਿਪੋਰਟ ਦਰਜ ਨਹੀਂ ਕਰਵਾਉਂਦੀਆਂ। ਸਾਡੇ ਇੱਥੇ ਜੋ ਸਥਿਤੀ ਹੈ, ਕਿਉਂਕਿ ਸਮਾਜਿਕ ਪੱਧਰ ਤੇ ਇਹ ਸਮਝਿਆ ਜਾਂਦਾ ਹੈ ਕਿ ਇਸ ਨਾਲ ਪੀੜਤਾ ਦੀ ਬਦਨਾਮੀ ਹੋਊਗੀ, ਇਸ ਨਾਲ ਅਪਰਾਧੀ ਪ੍ਰਵਿਰਤੀਆਂ ਵਾਲੇ ਵਿਅਕਤੀਆਂ ਨੂੰ ਹੋਰ ਉਤਸ਼ਾਹ ਮਿਲੂਗਾ ਤੇ ਉਹ ਛੋਟੇ ਅਪਰਾਧ ਤੋਂ ਘਿਨੌਣੇ ਅਪਰਾਧ ਕਰਨ ਦੇ ਵੱਲ ਫੇਰ ਵੱਧਦੇ ਜਾਂਦੇ ਆ। ਔਰਤਾਂ ਵਿਰੁੱਧ ਹਿੰਸਾ ਸਮਾਜਿਕ ਪੱਧਰ ਤੇ ਸਿੱਖਿਆ ਗਿਆ ਵਤੀਰਾ ਤੇ ਭਾਵ ਮਰਦਾਂ ਔਰਤਾਂ ਵਿਰੁੱਧ ਅਪਰਾਧ ਕਰਨ ਦੀਆਂ ਜਿਹੜੀਆਂ ਆਦਤਾਂ ਆ ਸਮਾਜ ਵਿੱਚੋਂ ਹੀ ਗ੍ਰਹਿਣ ਕਰਦੇ ਨੇ। ਸਮਾਜ ਸਿੱਧੇ ਢੰਗ ਨਾਲ ਔਰਤਾਂ ਵਿਰੁੱਧ ਹੁੰਦੇ ਵਿਤਕਰਿਆਂ ਨੂੰ ਪ੍ਰਵਾਨ ਕਰਦਾ ਹੈ। ਅਸੀਂ ਆਂਢੀ ਗੁਆਂਢੀ ਵੇਹਨੇ ਆ, ਸਮਾਜ ਵੇਖਦਾ, ਪਰ ਕੋਈ ਬਹੁਤਾ ਬੋਲਦਾ ਨਹੀਂ, ਕੁਸਕਦੇ ਹੀ ਨਹੀਂ, ਕਹਿੰਦੇ ਛੱਡੋ ਪਰੇ, ਉਹਨਾਂ ਦਾ ਘਰੇਲੂ ਮਸਲਾ ਹੋਊਗਾ, ਛੱਡੋ ਪਰੇ, ਉਹਨਾਂ ਦੀ ਕੁੜੀ ਆ, ਉਹਨਾਂ ਦੀ ਬੁੜੀ ਆ, ਉਹਨਾਂ ਦਾ ਫਲਾਨਾ, ਐਂ ਕਹਿ ਦਿੰਦੇ ਆ, ਅਸੀਂ ਕੋਈ ਪ੍ਰਵਾਹ ਨਹੀਂ ਮੰਨਦੇਗੇ। ਤੇ ਬਹੁਤ ਵਾਰ ਪੀੜਤ ਔਰਤ ਉੱਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਹਨਾਂ ਦੇ ਵਤੀਰੇ ਕਾਰਨ ਇਹ ਅਪਰਾਧ ਹੋਏ ਨੇ। ਅਜਿਹੇ ਅਪਰਾਧਾਂ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ। ਔਰਤਾਂ ਸਰੀਰਕ ਸ਼ੋਸ਼ਣ ਵਿਰੁੱਧ ਲੜਨ ਲਈ ਤਿਆਰ ਰਹਿਣ। ਅਜਿਹੀ ਸਮਝ ਪਰਿਵਾਰਕ ਪੱਧਰ ਤੇ ਹੀ ਵਿਕਸਿਤ ਕੀਤੀ ਜਾਂਦੀ ਹੈ, ਜਿਸ ਵਿੱਚ ਧੀਆਂ ਨੂੰ ਚੇਤਨ ਕਰਨ ਦੀ ਜ਼ਰੂਰਤ ਹੈ ਕਿ ਕਿਸੇ ਤਰ੍ਹਾਂ ਦੀ ਛੇੜਛਾੜ ਦੀ ਗੱਲ ਮਾਪਿਆਂ ਨਾਲ ਸਾਂਝੀ ਕੀਤੀ ਜਾਣੀ ਚਾਹੀਦੀ ਹੈ। ਕਈ ਵਾਰੀ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਏ ਹੁੰਦੇ ਨੇ ਤੇ ਬੱਚੇ ਨਾਲ ਉਹੀ, ਖਾਸ ਤੌਰ 'ਤੇ ਕੁੜੀ ਦੇ ਨਾਲ ਜੋ ਹਰਕਤਾਂ ਕੀਤੀਆਂ, ਕਈ ਵਾਰੀ ਬੱਚੀ ਦੱਬ ਜਾਂਦੀ ਆ, ਸਹਿਮ ਜਾਂਦੀ ਆ, ਬਦਨਾਮੀ ਡਰੋਂ ਵੀ ਮੈਨੂੰ ਮਾਪੇ ਕੁੱਟਣ ਨਾ। ਪਰ ਬੱਚੀਆਂ ਨੂੰ ਮੈਂ ਜ਼ਰੂਰ ਇਹ ਗੱਲ ਕਹੂੰਗਾ, ਮਾਪਿਆਂ ਨੂੰ ਵੀ ਜ਼ਰੂਰ ਇਹ ਗੱਲ ਕਹੂੰਗਾ ਕਿ ਆਪਣੀਆਂ ਬੱਚੀਆਂ ਨੂੰ ਛੋਟੀ ਉਮਰ ਤੋਂ ਹੀ ਇਹ ਦੱਸ ਦਿਓ, ਕਿਉਂਕਿ ਗੁੱਡ ਟੱਚ ਤੇ ਬੈਡ ਟੱਚ ਵਾਲੀ ਜਿਹੜੀ ਗੱਲ ਹੈ, ਜੇ ਬੱਚੀਆਂ ਨੂੰ ਛੋਟੀ ਹੁੰਦੀਆਂ ਨੂੰ ਸਮਝਾ ਦਿਓ ਨਾ, ਤੇ ਉਹ ਵੈਸੇ ਵੀ ਕਹਿੰਦੇ ਹੁੰਦੇ ਆ ਕਿ ਜਿਹੜੀ ਲੜਕੀ ਹੁੰਦੀ ਆ ਉਸ ਨੂੰ ਰੱਬ ਨੇ ਇੱਕ ਜਿਹੜੀ ਆ ਸੈਂਸ ਉਹ ਵੱਧ ਵਰਤੀ ਆ, ਸਿਕਸ ਸੈਂਸ ਉਹਨੂੰ ਆਪਾਂ ਕਹਿੰਦੇ ਆ। ਤੇ ਲੜਕੀਆਂ ਬਹੁਤ ਜਲਦੀ ਗੁੱਡ ਟੱਚ ਤੇ ਬੈਡ ਟੱਚ ਵੀ ਫੀਲ ਕਰ ਲੈਂਦੀਆਂ, ਸਮਝ ਲੈਂਦੀਆਂ। ਉਮੀਦ ਕਰਦਾ ਕਿ ਹੁਣ ਦੀਆਂ ਲੜਕੀਆਂ ਜਿਹੜੀਆਂ ਆ ਉਹਨਾਂ ਦੇ ਮਾਪੇ ਉਹਨਾਂ ਨੂੰ ਜਾਗਰੂਕ ਕਰਨ। ਕੁੜੀਆਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ। ਕਿਸੇ ਵੀ ਕੁੜੀ, ਕਿਸੇ ਵੀ ਔਰਤ ਨਾਲ ਕਿਸੇ ਵੀ ਪੱਧਰ ਦੇ ਉੱਤੇ ਅਗਰ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਉਹਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ, ਨਾ ਕਿ ਦਬਾਉਣਾ ਚਾਹੀਦਾ। ਦੂਸਰੀ ਗੱਲ, ਜਾਂਦਾ ਜਾਂਦਾ ਮੈਂ ਦੱਸੂਗਾ, ਆਮਿਰ ਖਾਨ ਦੇ ਪ੍ਰੋਗਰਾਮ ਸੱਤਿਆਮੇਵ ਜਯਤੇ ਵਿੱਚ ਇੱਕ ਬਹੁਤ ਉੱਘੀ ਮਾਹਰ ਔਰਤ ਆਈ। ਤਾਂ ਜਦੋਂ ਕਿਸੇ ਔਰਤ ਨਾਲ ਬਲਾਤਕਾਰ ਕੀਤਾ ਜਾਂਦਾ ਤੇ ਕਹਿ ਦਿੱਤਾ ਜਾਂਦਾ ਕਿ ਹੁਣ ਤਾਂ ਇਹਦੀ ਇੱਜ਼ਤ ਚਲੀ ਗਈ ਹੈ ਤੇ ਇਸ ਦੀ ਇੱਜ਼ਤ ਜਿਹੜੀ ਹੈ ਉਹ ਹੁਣ ਵਿਆਹ ਨਹੀਂ ਹੋਣ ਦੇਊਗੀ ਕਿਉਂਕਿ ਇੱਜ਼ਤ ਖਰਾਬ ਹੋ ਗਈ ਹੈ। ਤਾਂ ਉੱਥੇ ਮੈਂ ਉਸ ਮਾਹਰ ਔਰਤ ਦੀ ਗੱਲ ਕਹੂੰਗਾ ਕਿ ਅਗਰ ਔਰਤ ਦੀ ਇੱਜ਼ਤ ਉਸ ਦੀ ਯੋਨੀ ਦੇ ਵਿੱਚ ਰੱਖੀ ਹੋਈ ਹੈ ਤਾਂ ਫਿਰ ਇਹ ਕਿਸ ਨੇ ਬਣਾਇਆ ਕਿ ਔਰਤ ਦੀ ਜਿਹੜੀ ਇੱਜ਼ਤ ਸਿਰਫ ਉਹਦੀ ਯੋਨੀ 'ਚ ਪਈ ਹੈ। ਜੇ ਔਰਤ ਨਾਲ ਇਸ ਤਰ੍ਹਾਂ ਦਾ ਘਟਨਾ ਵਾਪਰ ਜਾਂਦੀ ਹੈ ਤਾਂ ਕੀ ਫਿਰ ਔਰਤ ਖਤਮ ਹੋ ਗਈ ਆ? ਇਹ ਲਾਹਣਤੀ ਸੋਚ ਹੈ, ਇਹ ਘਟੀਆ ਸੋਚ ਆ, ਇਹਨੂੰ ਛੱਡ ਦੇਣਾ ਚਾਹੀਦਾ ਆ। ਔਰਤ ਦਾ ਤਾਂ ਇਹਦੇ ਵਿੱਚ ਦੋਸ਼ ਹੀ ਕੁਛ ਨਹੀਂ ਸੀਗਾ ਤੇ ਤੁਸੀਂ ਔਰਤ ਨੂੰ ਇੰਨੀ ਪਾਪਣ ਬਣਾ ਦਿੱਤਾ ਗਿਆ ਆ, ਇੰਨੀ ਕੁ ਜ਼ਿਆਦਾ ਉਹਨੂੰ ਘਟੀਆ ਸ਼ਬਦ ਕਰ ਦਿੱਤਾ ਆ। ਸਾਨੂੰ ਆਪਣੀ ਇਹ ਸੜੀ ਹੋਈ ਸੋਚ ਜਿਹੜੀ ਆ ਸਮਾਜ ਨੂੰ ਬਦਲਣੀ ਪਊਗੀ। ਤਾਂ ਉਮੀਦ ਕਰਦਾ ਕਿ ਔਰਤਾਂ ਜ਼ਰੂਰ ਜਾਗਰੂਕ ਹੋਣਗੀਆਂ, ਮਜ਼ਬੂਤ ਬਣਨਗੀਆਂ ਤਾਂ ਕਿ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ, ਹਿੰਸਾ ਜਿਹੜੀ ਆ ਉਸ ਨੂੰ ਰੋਕਿਆ ਜਾ ਸਕੇ, ਤਾਂ ਕਿ ਵਾਕਿਆ ਹੀ ਇਹ ਕਹਿ ਸਕੀਏ ਕਿ ਇਹ ਉਹ ਮੁਲਕ ਆ ਜਿੱਥੇ ਦੇਵੀਆਂ ਦੀ, ਜਿੱਥੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਆ, ਜਿੱਥੇ ਔਰਤ ਦਾ ਸਤਿਕਾਰ ਹੁੰਦਾ। ਇਹ ਫੇਰ ਹੀ ਹੋ ਸਕਦਾ ਜੇ ਇਹਨਾਂ ਚੀਜ਼ਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 ਮਿੰਟ।